ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਬਾਤਾਂ ਦੇਸ਼ ਵਿਦੇਸ਼ ਦੀਆਂ ਵਿੱਚੋਂ ਅਗਲੀ ਬਾਤ ਅਮਰ ਜਲ। ਇੱਕ ਰਾਜੇ ਦੇ 3 ਪੁੱਤਰ ਸਨ। ਸਭ ਤੋਂ ਨਿੱਕੇ ਨੂੰ ਮੂਰਖ ਅਤੇ ਸਿੱਧਰਾ ਸਮਝਿਆ ਜਾਂਦਾ ਸੀ, ਜਦੋਂ ਕਿ ਦੋਹਾਂ ਵੱਡਿਆਂ ਨੂੰ ਬੜੇ ਸਿਆਣੇ ਅਤੇ ਚਲਾਕ ਗਿਣਿਆ ਜਾਂਦਾ ਸੀ। ਇੱਕ ਵਾਰ ਰਾਜਾ ਬਹੁਤ ਬਿਮਾਰ ਹੋ ਗਿਆ। ਵੱਡੇ ਪੁੱਤਰਾਂ ਨੇ ਆਪਸ ਵਿੱਚ ਸਲਾਹ ਕਰਕੇ ਫੈਸਲਾ ਕੀਤਾ ਕਿ ਦੂਰ ਦੂਰ ਜਾ ਕੇ ਪਿਤਾ ਜੀ ਦੀ ਇਜਾਜ਼ਤ ਨਾਲ ਇੱਕ ਅਜਿਹੇ ਅਮਰ ਜਲ ਦੀ ਤਲਾਸ਼ ਕੀਤੀ ਜਾਵੇ ਜਿਸ ਨੂੰ ਪੀ ਕੇ ਉਹਨਾਂ ਦੇ ਪਿਤਾ ਰਾਜੀ ਹੋ ਜਾਣ। ਸਭ ਤੋਂ ਨਿੱਕਾ ਰਾਜਕੁਮਾਰ ਵੀ ਉਹਨਾਂ ਨਾਲ ਅਮਰ ਜਲ ਦੀ ਤਲਾਸ਼ ਵਿੱਚ ਜਾਣਾ ਚਾਹੁੰਦਾ ਸੀ, ਪਰ ਵੱਡੇ ਭਰਾ ਉਸ ਨੂੰ ਆਪਣੇ ਨਾਲ ਖੜਨ ਲਈ ਨਾ ਮੰਨੇ। ਵੱਡੇ ਦੋਵੇਂ ਉਸ ਨੂੰ ਛੱਡ ਕੇ ਮਹਿਲਾਂ ਚੋਂ ਨਿਕਲ ਪਏ, ਪਰ ਨਿੱਕਾ ਰਾਜਕੁਮਾਰ ਬਿਨਾਂ ਕਿਸੇ ਦੀ ਇਜਾਜ਼ਤ ਦੇ ਹੀ ਆਪਣਾ ਘੋੜਾ ਬੀੜ ਕੇ ਅਮਰ ਜਲ ਲੱਭਣ ਤੁਰ ਪਿਆ। ਜੰਗਲ ਵਿੱਚ ਦਾਖਲ ਹੋ ਕੇ ਉਹ ਇੱਕ ਚੁਰਾਹੇ ਤੇ ਪਹੁੰਚ ਕੇ ਖਲੋ ਗਿਆ ਅਤੇ ਸੋਚਣ ਲੱਗ ਪਿਆ ਕਿ ਇੱਥੋਂ ਭਲਾ ਉਹ ਕਿਸ ਦਿਸ਼ਾ ਵੱਲ ਜਾਵੇ। ਉਸ ਨੂੰ ਖਲੋਤਾ ਵੇਖ ਕੇ ਉਹਦੇ ਕੋਲ ਇੱਕ ਬਹੁਤ ਵੱਡਾ ਕਾਲਾ ਸ਼ਾਹ ਲੂੰਬੜ ਆ ਗਿਆ ਤੇ ਕਹਿਣ ਲੱਗਾ, ਮੈਨੂੰ ਅੱਜ ਬੜੀ ਭੁੱਖ ਲੱਗੀ ਏ, ਮੈਂ ਤੈਨੂੰ ਖਾ ਜਾਣਾ ਏ। ਮੈਨੂੰ ਖਾ ਕੇ ਤੇਰੀ ਭੁੱਖ ਨਹੀਂ ਮਿਟਣੀ, ਇਸ ਤੋਂ ਤਾਂ ਚੰਗਾ ਹੋਵੇਗਾ ਕਿ ਤੂੰ ਮੇਰਾ ਘੋੜਾ ਖਾ ਲੈ। ਤੇ ਲੂੰਬੜ ਨੇ ਉਸ ਦਾ ਘੋੜਾ ਹੀ ਖਾ ਲਿਆ। ਘੋੜਾ ਖਾ ਕੇ ਲੂੰਬੜ ਉਸ ਰਾਜਕੁਮਾਰ ਨੂੰ ਕਹਿਣ ਲੱਗਾ, ਤੂੰ ਹੁਣ ਇੱਥੋਂ ਛੇਤੀ ਨਾਲ ਭੱਜ ਜਾ, ਨਹੀਂ ਤਾਂ ਮੇਰੇ ਭਰਾ ਲੂੰਬੜਾ ਨੇ ਤੈਨੂੰ ਜ਼ਰੂਰ ਖਾ ਜਾਣਾ ਹੈ। ਪਰ ਤੂੰ ਤਾਂ ਮੇਰਾ ਘੋੜਾ ਖਾ ਲਿਆ ਹੈ, ਮੈਂ ਹੁਣ ਇਸ ਜੰਗਲ ਵਿੱਚੋਂ ਪੈਦਲ ਕਿੰਜ ਤੁਰਾਂਗਾ। ਹੁਣ ਤਾਂ ਤੈਨੂੰ ਹੀ ਲਿਜਾਣਾ ਪੈਣਾ ਏ, ਮੈਨੂੰ ਆਪਣੀ ਸਵਾਰੀ ਕਰਵਾ ਕੇ, ਰਾਜਕੁਮਾਰ ਨੇ ਕਿਹਾ। ਇਹ ਆਖ ਉਹ ਲੂੰਬੜ ਉੱਤੇ ਚੜ੍ਹ ਗਿਆ ਅਤੇ ਲੂੰਬੜ ਉਸ ਨੂੰ ਲੈ ਗਿਆ ਲੂੰਬੜਾਂ ਦੇ ਵੱਡੇ ਰਾਜੇ ਲੂੰਬੜ ਕੋਲ। ਉੱਥੇ ਉਹ ਰਾਜਾ ਲੂੰਬੜ ਹੋਰ ਬਹੁਤ ਸਾਰੇ ਲੂੰਬੜਾਂ ਦੇ ਨਾਲ ਬੈਠ ਕੇ ਅੱਗ ਸੇਕ ਰਿਹਾ ਸੀ। ਰਾਜੇ ਲੂੰਬੜ ਨੇ ਉਸ ਰਾਜਕੁਮਾਰ ਨੂੰ ਜਦੋਂ ਲੂੰਬੜ ਉੱਤੇ ਚੜ੍ਹੇ ਆਉਂਦੇ ਨੂੰ ਵੇਖਿਆ ਤਾਂ ਹੈਰਾਨ ਪਰੇਸ਼ਾਨ ਹੋ ਕੇ ਪੁੱਛਿਆ, ਤੂੰ ਇਸ ਲੂੰਬੜ ਦੀ ਸਵਾਰੀ ਕਰਕੇ ਜੰਗਲ ਵਿੱਚ ਕੀ ਕਰਦਾ ਫਿਰਦਾ ਏਂ? ਮੈਂ ਆਪਣੇ ਪਿਤਾ ਦੇ ਇਲਾਜ ਵਾਸਤੇ ਘੋੜੇ ਤੇ ਚੜ੍ਹ ਕੇ ਅਮਰ ਜਲ ਦੀ ਤਲਾਸ਼ ਵਿੱਚ ਜਾ ਰਿਹਾ ਸੀ, ਪਰ ਤੁਹਾਡੇ ਇਸ ਲੂੰਬੜ ਨੇ ਮੈਨੂੰ ਘੇਰ ਕੇ ਮੇਰਾ ਘੋੜਾ ਖਾ ਲਿਆ ਹੈ। ਮੈਂ ਤੁਹਾਡੇ ਕੋਲੋਂ ਇਨਸਾਫ ਮੰਗਣ ਆਇਆ ਹਾਂ, ਰਾਜਕੁਮਾਰ ਨੇ ਕਿਹਾ। ਲੂੰਬੜ ਰਾਜੇ ਨੇ ਉਸ ਨੂੰ ਇੱਕ ਬਹੁਤ ਹੀ ਸੁੰਦਰ, ਸੋਹਣੇ ਅਤੇ ਚਾਂਦੀ ਦੀਆਂ ਤਾਰਾਂ ਨਾਲ ਕੀਤੀ ਹੋਈ ਕਢਾਈ ਵਾਲਾ ਰੁਮਾਲ ਦਿੱਤਾ ਤੇ ਕਿਹਾ, ਆ ਲੈ ਫੜ ਰੁਮਾਲ, ਇਸ ਨੂੰ ਆਪਣੇ ਕੋਲ ਸਾਂਭ ਕੇ ਰੱਖੀ, ਇਹ ਤੇਰੇ ਬਹੁਤ ਕੰਮ ਆਵੇਗਾ ਤੇ ਤੂੰ ਹੁਣ ਇਸੇ ਹੀ ਲੂੰਬੜ ਦੀ ਸਵਾਰੀ ਕਰਕੇ ਜਾ, ਕਿਉਂਕਿ ਇਸਨੇ ਤੇਰਾ ਘੋੜਾ ਖਾ ਲਿਆ ਹੈ। ਇਹ ਤੈਨੂੰ ਭਾਲੂ ਰਾਜੇ ਕੋਲ ਪਹੁੰਚਾ ਦੇਵੇਗਾ। ਜਦੋਂ ਰਾਜਕੁਮਾਰ ਭਾਲੂ ਰਾਜੇ ਕੋਲ ਪਹੁੰਚਿਆ ਤਾਂ ਉਹ ਵੀ ਬਹੁਤ ਸਾਰੇ ਹੋਰ ਭਾਲੂਆਂ ਦੇ ਨਾਲ ਅੱਗ ਹੀ ਸੇਕ ਰਿਹਾ ਸੀ। ਭਾਲੂ ਰਾਜੇ ਨੇ ਵੀ ਰਾਜਕੁਮਾਰ ਨੂੰ ਲੂੰਬੜ ਤੇ ਚੜ੍ਹੇ ਆਉਂਦੇ ਨੂੰ ਵੇਖ ਕੇ ਪੁੱਛਿਆ, ਤੂੰ ਇੱਥੇ ਲੂੰਬੜ ਦੀ ਸਵਾਰੀ ਕਿਉਂ ਕਰੀ ਫਿਰਦਾ ਏਂ? ਭਾਲੂ ਮਹਾਰਾਜ, ਮੈਂ ਤਾਂ ਆਪਣੇ ਘੋੜੇ ਦੀ ਸਵਾਰੀ ਕਰਕੇ ਆਪਣੇ ਪਿਤਾ ਲਈ ਅਮਰ ਜਲ ਦੀ ਤਲਾਸ਼ ਵਿੱਚ ਨਿਕਲਿਆ ਸਾਂ, ਪਰ ਇਸ ਲੂੰਬੜ ਨੇ ਮੇਰਾ ਘੋੜਾ ਖਾ ਲਿਆ। ਜਦੋਂ ਲੂੰਬੜ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਹੀ ਮੈਨੂੰ ਇਸ ਦੀ ਸਵਾਰੀ ਕਰਨ ਲਈ ਕਿਹਾ ਅਤੇ ਤੁਹਾਡੇ ਪਾਸ ਮਦਦ ਲਈ ਭੇਜਿਆ ਹੈ, ਰਾਜਕੁਮਾਰ ਨੇ ਕਿਹਾ। ਚੰਗਾ, ਫਿਰ ਆ ਲੈ ਮੁੰਦਰੀ, ਇਸ ਨੂੰ ਤੂੰ ਆਪਣੀ ਉਂਗਲੀ ਵਿੱਚ ਪਾ ਲੈ, ਇਸ ਨਾਲ ਤੈਨੂੰ ਸਭ ਕੁਝ ਯਾਦ ਰਹੇਗਾ। ਹੁਣ ਤੂੰ ਇਸ ਲੂੰਬੜ ਨੂੰ ਵਾਪਸ ਜਾਣ ਦੇ ਅਤੇ ਇੱਥੋਂ ਮੇਰਾ ਭਾਲੂ ਲੈ ਜਾ, ਜੋ ਤੈਨੂੰ ਸ਼ੇਰਾਂ ਕੋਲ ਪਹੁੰਚਾ ਦੇਵੇਗਾ। ਸ਼ਾਇਦ ਉਹ ਸ਼ੇਰ ਅਮਰ ਜਲ ਲੱਭਣ ਵਿੱਚ ਤੇਰੀ ਕੋਈ ਮਦਦ ਕਰ ਸਕਣ, ਭਾਲੂ ਰਾਜੇ ਨੇ ਕਿਹਾ। ਜਦੋਂ ਭਾਲੂ ਦੀ ਸਵਾਰੀ ਕਰਕੇ ਰਾਜਕੁਮਾਰ ਸ਼ੇਰ ਰਾਜੇ ਕੋਲ ਪਹੁੰਚਿਆ ਤਾਂ ਜਾਂਦਿਆਂ ਹੀ ਸ਼ੇਰ ਰਾਜੇ ਨੂੰ ਪੁੱਛਿਆ, ਕੀ ਤੁਹਾਡੇ ਕੋਲ ਅਮਰ ਜਲ ਹੈ? ਨਹੀਂ, ਸਾਡੇ ਕੋਲ ਅਮਰ ਜਲ ਤਾਂ ਨਹੀਂ, ਪਰ ਅਸੀਂ ਇੱਕ ਦੋ ਨੁਕਤੇ ਜ਼ਰੂਰ ਦੱਸ ਸਕਦੇ ਹਾਂ। ਉਹ ਇਹ ਕਿ ਤੂੰ ਇਸ ਨੂੰ ਲਾਲ ਸਮੁੰਦਰ ਦੇ ਕੋਲ ਲੱਭ ਸਕਦਾ ਏਂ, ਜਿੱਥੇ ਕਿ ਇੱਕ ਵਿਸ਼ਾਲ ਮਹਿਲ ਹੈ। ਉੱਥੇ ਇੱਕ ਰਾਜਕੁਮਾਰੀ ਆਪਣੀਆਂ ਦਾਸੀਆਂ ਨਾਲ ਇਕੱਲੀ ਹੀ ਰਹਿੰਦੀ ਹੈ। ਉਸਨੇ ਅੱਜ ਤੱਕ ਕਦੇ ਵੀ ਹੋਰ ਕੋਈ ਆਦਮ ਜਾਤ ਨਹੀਂ ਵੇਖੀ। ਉੱਥੇ ਇੱਕ ਗੁਫਾ ਵੀ ਹੈ ਜਿਸ ਵਿੱਚ ਸੱਪ ਅਤੇ ਅਜਗਰ ਰਹਿੰਦੇ ਨੇ। ਜਿਹੜਾ ਅਮਰ ਜਲ ਤੂੰ ਲੱਭ ਰਿਹਾ ਹੈ ਉਹ ਉਸੇ ਗੁਫਾ ਵਿੱਚ ਹੀ ਵਹਿੰਦਾ ਹੈ। ਫਿਰ ਉਸਨੇ ਆਪਣੇ ਇੱਕ ਸ਼ੇਰ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਰਾਜਕੁਮਾਰ ਨੂੰ ਆਪਣੀ ਸਵਾਰੀ ਕਰਵਾ ਕੇ ਲਾਲ ਸਮੁੰਦਰ ਤੱਕ ਲੈ ਜਾਵੇ। ਰਾਜਕੁਮਾਰ ਉਸ ਸ਼ੇਰ ਦੀ ਸਵਾਰੀ ਕਰਕੇ ਉਸ ਮਹਿਲ ਤੱਕ ਪਹੁੰਚ ਗਿਆ ਜਿੱਥੇ ਉਹ ਰਾਜਕੁਮਾਰੀ ਇਕੱਲੀ ਰਹਿੰਦੀ ਸੀ। ਉੱਥੇ ਉਸ ਮਹਿਲ ਦੇ ਇੱਕ ਕਮਰੇ ਵਿੱਚ ਲੁਕ ਕੇ ਉਸਨੇ ਕਈ ਦਿਨ ਬਿਤਾ ਦਿੱਤੇ। ਇੱਕ ਦਿਨ ਏਦਾਂ ਹੋਇਆ ਕਿ ਰਾਜਕੁਮਾਰੀ ਦੀ ਦਾਸੀ ਕੋਲੋਂ ਰਾਜਕੁਮਾਰੀ ਨੂੰ ਤਿਆਰ ਕਰਦਿਆਂ ਉਸ ਦਾ ਰੁਮਾਲ ਫਟ ਗਿਆ। ਉਹ ਡਰ ਗਈ ਕਿ ਕਿਤੇ ਰਾਜਕੁਮਾਰੀ ਉਸ ਨੂੰ ਗੁੱਸੇ ਨਾ ਹੋਵੇ। ਉਹ ਇਸੇ ਘਬਰਾਹਟ ਵਿੱਚ ਇਹ ਸੋਚ ਕੇ ਬਾਹਰ ਆ ਗਈ ਤੇ ਰੋਣ ਲੱਗ ਪਈ।
ਉਸ ਨੂੰ ਰੋਂਦੀ ਨੂੰ ਲੁਕੇ ਹੋਏ ਰਾਜਕੁਮਾਰ ਨੇ ਵੇਖ ਲਿਆ। ਜਦੋਂ ਉਸ ਦਾਸੀ ਨੇ ਰੋ ਰੋ ਕੇ ਦੱਸਿਆ ਕਿ ਉਸ ਕੋਲੋਂ ਰਾਜਕੁਮਾਰੀ ਦਾ ਰੁਮਾਲ ਫਟ ਗਿਆ ਹੈ, ਉਹ ਤਾਂ ਕਰਕੇ ਰੋ ਰਹੀ ਹੈ, ਤਾਂ ਉਸ ਰਾਜਕੁਮਾਰ ਨੇ ਫਟੇ ਹੋਏ ਰੁਮਾਲ ਦੇ ਬਦਲੇ ਵਿੱਚ ਉਸ ਨੂੰ ਉਹ ਰੁਮਾਲ ਦੇ ਦਿੱਤਾ ਜੋ ਉਸ ਨੂੰ ਇੱਕ ਵਾਰੀ ਲੂੰਬੜ ਰਾਜੇ ਨੇ ਦਿੱਤਾ ਸੀ, ਪਰ ਬਦਲੇ ਵਿੱਚ ਉਸ ਦਾਸੀ ਕੋਲੋਂ ਫਟਿਆ ਹੋਇਆ ਰੁਮਾਲ ਲੈ ਕੇ ਆਪਣੇ ਕੋਲ ਸਾਂਭ ਲਿਆ। ਕਈ ਦਿਨਾਂ ਬਾਅਦ ਫਿਰ ਉਹੀ ਦਾਸੀ ਉਸ ਰਾਜਕੁਮਾਰ ਕੋਲ ਆਈ ਅਤੇ ਕਹਿਣ ਲੱਗੀ, ਮੇਰੇ ਕੋਲੋਂ ਅੱਜ ਰਾਜਕੁਮਾਰੀ ਦੀ ਮੁੰਦਰੀ ਟੁੱਟ ਗਈ ਹੈ, ਕੀ ਤੁਸੀਂ ਕਿਸੇ ਤਰ੍ਹਾਂ ਜੋੜ ਦਿਓਗੇ? ਹਾਂ, ਕਿਉਂ ਨਹੀਂ, ਤੂੰ ਇਹ ਮੁੰਦਰੀ ਮੈਨੂੰ ਫੜਾ ਜਾ, ਮੈਂ ਤੈਨੂੰ ਜੋੜ ਕੇ ਦੇ ਦੇਵਾਂਗਾ। ਤੇ ਉਹ ਦਾਸੀ ਉਸ ਨੂੰ ਰਾਜਕੁਮਾਰੀ ਦੀ ਟੁੱਟੀ ਹੋਈ ਮੁੰਦਰੀ ਦੇ ਕੇ ਚਲੀ ਗਈ। ਜਦੋਂ ਦੁਬਾਰਾ ਉਹ ਰਾਜਕੁਮਾਰ ਕੋਲੋਂ ਮੁੰਦਰੀ ਲੈਣ ਵਾਪਸ ਆਈ ਤਾਂ ਉਸਨੇ ਉਸ ਨੂੰ ਬਹੁਤ ਖੂਬਸੂਰਤ ਮੁੰਦਰੀ ਦੇ ਦਿੱਤੀ ਜੋ ਉਸ ਨੂੰ ਭਾਲੂ ਰਾਜੇ ਨੇ ਦਿੱਤੀ ਸੀ, ਅਤੇ ਬਦਲੇ ਵਿੱਚ ਉਹ ਰਾਜਕੁਮਾਰੀ ਦੀ ਟੁੱਟੀ ਮੁੰਦਰੀ ਲੈ ਕੇ ਸਾਂਭ ਲਈ। ਉਸ ਦਾਸੀ ਨੇ ਜਦੋਂ ਰਾਜਕੁਮਾਰੀ ਨੂੰ ਉਹ ਮੁੰਦਰੀ ਵਿਖਾਈ ਤਾਂ ਉਹ ਇੰਨੀ ਖੂਬਸੂਰਤ ਮੁੰਦਰੀ ਵੇਖ ਕੇ ਹੈਰਾਨ ਹੀ ਹੋ ਗਈ ਅਤੇ ਉਸਨੇ ਦਾਸੀ ਨੂੰ ਪੁੱਛਿਆ ਕਿ ਇਹ ਇੰਨੀ ਖੂਬਸੂਰਤ ਮੁੰਦਰੀ ਕਿਸ ਨੇ ਬਣਾਈ ਹੈ। ਦਾਸੀ ਨੇ ਦੱਸਿਆ, ਇੱਥੇ ਇੱਕ ਲੜਕਾ ਅਮਰਜਲ ਦੀ ਤਲਾਸ਼ ਵਿੱਚ ਆਇਆ ਹੋਇਆ ਹੈ, ਇਹ ਮੁੰਦਰੀ ਉਸਨੇ ਬਣਾਈ ਹੈ। ਫਿਰ ਇੱਕ ਵਾਰ ਰਾਜਕੁਮਾਰੀ ਦੀ ਸੋਨੇ ਦੀ ਪੇਟੀ ਦੀ ਇੱਕ ਸੂਈ ਟੁੱਟ ਗਈ ਤਾਂ ਰਾਜਕੁਮਾਰੀ ਨੇ ਦਾਸੀ ਨੂੰ ਕਿਹਾ ਕਿ ਉਸ ਨੂੰ ਤੁਰੰਤ ਜੜਵਾ ਕੇ ਲਿਆਵੇ। ਰਾਜਕੁਮਾਰ ਕੋਲ ਇੱਕ ਸੂਈ ਸੀ ਜਿਹੜੀ ਉਸ ਨੂੰ ਸ਼ੇਰ ਰਾਜੇ ਨੇ ਦਿੱਤੀ ਸੀ। ਉਸ ਨੂੰ ਉਹ ਦੇ ਦਿੱਤੀ ਅਤੇ ਬਦਲੇ ਵਿੱਚ ਉਹ ਟੁੱਟੀ ਹੋਈ ਸੂਈ ਆਪਣੇ ਕੋਲ ਰੱਖ ਲਈ। ਜਦੋਂ ਦਾਸੀ ਨੇ ਉਹ ਸੂਈ ਰਾਜਕੁਮਾਰੀ ਨੂੰ ਦਿਖਾਈ ਤਾਂ ਉਸਨੇ ਫਿਰ ਪੁੱਛਿਆ, ਇੰਨੀ ਸੋਹਣੀ ਸੂਈ ਕਿਸ ਨੇ ਬਣਾਈ ਹੈ? ਦਾਸੀ ਨੇ ਫਿਰ ਦੱਸਿਆ ਕਿ ਇਹ ਸੂਈ ਵੀ ਉਸੇ ਰਾਜਕੁਮਾਰ ਨੇ ਹੀ ਬਣਾਈ ਹੈ ਜਿਹੜਾ ਇੱਥੇ ਅਮਰਜਲ ਦੀ ਤਲਾਸ਼ ਵਿੱਚ ਆਇਆ ਹੋਇਆ ਹੈ। ਹੁਣ ਰਾਜਕੁਮਾਰੀ ਦਾ ਜੀ ਕੀਤਾ ਕਿ ਉਸ ਮੁੰਡੇ ਨੂੰ ਜ਼ਰੂਰ ਹੀ ਵੇਖੇ, ਭਾਵੇਂ ਤਿੰਨਾਂ ਦਰਵਾਜ਼ਿਆਂ ਦੇ ਸ਼ੀਸ਼ਿਆਂ ਦੇ ਪਾਰੋਂ ਹੀ ਸਹੀ। ਫਿਰ ਉਸ ਰਾਜਕੁਮਾਰ ਨੂੰ ਦਰਵਾਜ਼ੇ ਦੇ ਸ਼ੀਸ਼ੇ ਅੱਗੇ ਖੜਾ ਕਰ ਦਿੱਤਾ ਗਿਆ। ਰਾਜਕੁਮਾਰ ਨੂੰ ਵੇਖਦਿਆਂ ਸਾਰ ਹੀ ਉਹ ਰਾਜਕੁਮਾਰ ਤੇ ਮੋਹਿਤ ਹੋ ਗਈ ਅਤੇ ਉਸ ਨੂੰ ਮਹਿਲ ਦੇ ਅੰਦਰ ਖਾਣੇ ਤੇ ਬੁਲਾ ਲਿਆ। ਉਸਨੇ ਰਾਜਕੁਮਾਰ ਨਾਲ ਬਹੁਤ ਵਧੀਆ ਸਲੂਕ ਕੀਤਾ ਅਤੇ ਉਸ ਨੂੰ ਇੱਕ ਜਾਦੂਈ ਦਵਾਈ ਦਿੱਤੀ ਜਿਸ ਨਾਲ ਸਾਰੇ ਸੱਪ ਅਤੇ ਅਜਗਰ ਲੁੜਕ ਜਾਣ ਅਤੇ ਗੁਫਾ ਚੋਂ ਵਹਿੰਦੇ ਅਮਰਜਲ ਵਾਲਾ ਰਾਹ ਇੱਕਦਮ ਸਾਫ਼ ਹੋ ਜਾਵੇ। ਇਹ ਸਭ ਕੁਝ ਲੈ ਕੇ ਰਾਜਕੁਮਾਰ ਗੁਫਾ ਵਿੱਚ ਆਇਆ। ਫਿਰ ਰਾਜਕੁਮਾਰ ਨੇ ਆਪਣੇ ਪਿਤਾ ਨੂੰ ਰਾਜੀ ਕਰਨ ਵਾਲਾ ਅਮਰਜਲ ਕੱਢਿਆ ਅਤੇ ਰਾਜਕੁਮਾਰੀ ਦੇ ਕੋਲ ਵਾਪਸ ਆ ਗਿਆ। ਰਾਜਕੁਮਾਰੀ ਨੇ ਉਸ ਨੂੰ ਇੱਕ ਅਜਿਹੀ ਮਲਮ ਵੀ ਦਿੱਤੀ ਜਿਸ ਨੂੰ ਮਲਣ ਨਾਲ ਮੁਰਦਾ ਵੀ ਜਿੰਦਾ ਹੋ ਸਕਦਾ ਸੀ, ਵੱਡੀ ਹੋਈ ਉਂਗਲੀ ਦੁਬਾਰਾ ਉੱਗ ਸਕਦੀ ਸੀ ਅਤੇ ਜ਼ਖਮ ਵੀ ਝਟਪਟ ਭਰ ਸਕਦਾ ਸੀ। ਰਾਜਕੁਮਾਰੀ ਨੇ ਉਸ ਨੂੰ ਬਹੁਤ ਸਾਰਾ ਧਨ ਦੌਲਤ ਅਤੇ ਘੋੜੇ ਵੀ ਦਿੱਤੇ। ਹੁਣ ਉਸ ਨੂੰ ਆਪਣੇ ਘਰ ਜਾਣ ਦੀ ਕਾਹਲੀ ਸੀ। ਇਹ ਸਾਰੇ ਤੋਹਫੇ ਲੈ ਕੇ ਉਹ ਆਪਣੇ ਘਰ ਵੱਲ ਤੁਰ ਪਿਆ। ਤੁਰਦਾ ਤੁਰਦਾ ਰਸਤੇ ਵਿੱਚ ਉਹ ਇੱਕ ਬਹੁਤ ਵੱਡੀ ਸਰਾਂ ਵਿੱਚ ਪੁੱਜ ਗਿਆ। ਉੱਥੇ ਉਸਦੇ ਦੋਵੇਂ ਭਰਾ ਮਿਲ ਪਏ ਜੋ ਕਿ ਬਗੈਰ ਅਮਰਜਲ ਲਿਆਂਦੇ ਤੋਂ ਹੀ ਉੱਥੇ ਬੈਠੇ ਸਨ। ਉਹ ਆਪਣੇ ਨਿੱਕੇ ਭਰਾ ਦੀ ਕਾਰਗੁਜ਼ਾਰੀ ਵੇਖ ਕੇ ਦੰਗ ਹੀ ਰਹਿ ਗਏ। ਉਹਨਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਹਨਾਂ ਦਾ ਗਰੀਬੜਾ ਅਤੇ ਸਿੱਧਰਾ ਜਿਹਾ ਭਰਾ ਇੰਨਾ ਸੋਨਾ ਚਾਂਦੀ ਤੇ ਹੋਰ ਪਤਾ ਨਹੀਂ ਕੀ ਕੁਝ ਖੌਰੇ ਕਿੱਥੋਂ ਇਕੱਠਾ ਕਰ ਲਿਆਇਆ ਹੈ। ਨਿੱਕੇ ਨੇ ਆਪਣੇ ਭਰਾਵਾਂ ਦਾ ਬਹੁਤ ਆਦਰ ਮਾਣ ਕੀਤਾ ਅਤੇ ਸਰਾਂ ਦੇ ਸੇਵਾਦਾਰ ਨੂੰ ਉਹਨਾਂ ਦੇ ਖਾਣ ਪੀਣ ਦਾ ਸੋਹਣਾ ਪ੍ਰਬੰਧ ਕਰਨ ਲਈ ਆਖਿਆ। ਅਗਲੇ ਦਿਨ ਉਹ ਤਿੰਨੇ ਭਰਾ ਵਾਪਸ ਤੁਰ ਪਏ। ਉਹਨਾਂ ਨਾਲ ਜਾ ਰਹੇ ਇੱਕ ਨੌਕਰ ਨੂੰ ਸ਼ੱਕ ਪਿਆ ਕਿ ਉਸ ਨਿੱਕੇ ਰਾਜਕੁਮਾਰ ਦੇ ਦੋਵੇਂ ਵੱਡੇ ਭਰਾ ਕੋਈ ਕਮੀਨਗੀ ਕਰਨ ਦੀਆਂ ਸਕੀਮਾਂ ਬਣਾ ਰਹੇ ਹਨ। ਸੋ ਉਹ ਸਹੀ ਪਤਾ ਲਾਉਣ ਲਈ ਚੁੱਪਚਾਪ ਉਹਨਾਂ ਦੇ ਪਿੱਛੇ ਹੋ ਤੁਰਿਆ। ਉਸ ਕੋਲ ਜਾਦੂਈ ਮਲਮ ਅਤੇ ਧਨ ਦੌਲਤ ਸੀ। ਰਾਜਕੁਮਾਰ ਕੋਲ ਅਮਰਜਲ ਸੀ। ਜਿਉਂ ਹੀ ਉਹਨਾਂ ਨੇ ਜੰਗਲ ਵਿੱਚ ਪ੍ਰਵੇਸ਼ ਕੀਤਾ, ਵੱਡੇ ਭਰਾ ਨੇ ਨਿੱਕੇ ਭਰਾ ਉੱਤੇ ਹਮਲਾ ਕਰਕੇ ਉਸਦਾ ਸਿਰ ਵੱਢ ਦਿੱਤਾ। ਉਸ ਨੂੰ ਘੋੜੇ ਉੱਤੋਂ ਬੇਰਹਿਮੀ ਨਾਲ ਘਸੀਟ ਕੇ ਥੱਲੇ ਸੁੱਟ ਦਿੱਤਾ ਅਤੇ ਨਿੱਕੇ ਦਾ ਲਿਆਂਦਾ ਅਮਰਜਲ ਲੈ ਕੇ ਭੱਜ ਗਏ। ਨਿੱਕੇ ਭਰਾ ਦੇ ਵਫਾਦਾਰ ਨੌਕਰ ਨੇ ਤਾਂ ਵੱਡੇ ਭਰਾਵਾਂ ਦੀ ਮਾੜੀ ਨੀਤ ਪਹਿਲਾਂ ਹੀ ਭਾਂਪ ਲਈ ਸੀ, ਇਸ ਲਈ ਉਸਨੇ ਛੇਤੀ ਨਾਲ ਧੜ ਤੋਂ ਲੱਥਾ ਹੋਇਆ ਸਿਰ ਵਾਪਸ ਧੜ ਨਾਲ ਲਗਾ ਕੇ ਉੱਤੇ ਉਹ ਜਾਦੂਈ ਮਲਮ ਲਾ ਦਿੱਤੀ। ਰਾਜਕੁਮਾਰ ਮੁੜ 9/9 ਹੋ ਗਿਆ। ਉਸਦੇ ਦੋਵੇਂ ਵੱਡੇ ਭਰਾ ਆਪਣੇ ਪਿਤਾ ਪਾਸ ਪਹੁੰਚ ਗਏ ਅਤੇ ਉਹ ਅਮਰਜਲ ਇਹ ਕਹਿ ਕੇ ਆਪਣੇ ਪਿਤਾ ਨੂੰ ਦੇ ਦਿੱਤਾ ਕਿ ਉਹ ਬੜੇ ਕਸ਼ਟਾਂ ਨਾਲ ਆਪਣੇ ਪਿਤਾ ਲਈ ਲੱਭ ਕੇ ਲਿਆਏ ਹਨ। ਉਹਨਾਂ ਵਿੱਚੋਂ ਇੱਕ ਨੇ ਉਹ ਅਮਰਜਲ ਆਪਣੇ ਪਿਤਾ ਉੱਪਰ ਛਿੜਕ ਦਿੱਤਾ ਅਤੇ ਪਿਤਾ ਇੱਕਦਮ ਰਾਜੀ ਖੁਸ਼ੀ ਉੱਠ ਬੈਠਾ। ਦੂਸਰਾ ਭਰਾ ਆਪਣੀ ਵੱਡੀ ਉਂਗਲ ਲੈ ਕੇ ਉੱਥੇ ਹੀ ਖੜਾ ਰਿਹਾ ਤਾਂ ਕਿ ਉਸਦੇ ਪਿਤਾ ਦੀ ਨਜ਼ਰ ਉਸ ਤੇ ਪੈ ਜਾਵੇ ਜਿਹੜੀ ਉਸਦੇ ਭਰਾ ਨੇ ਜੰਗਲ ਵਿੱਚ ਵੱਢ ਦਿੱਤੀ ਸੀ। ਉਸੇ ਹੀ ਪਲ ਉਸਦਾ ਨਿੱਕਾ ਭਰਾ ਸਾਲਮ ਸਬੂਤਾ ਉਹਨਾਂ ਦੇ ਸਾਹਮਣੇ ਆਣ ਖਲੋਇਆ ਜਿਸ ਨੂੰ ਕਿ ਉਹ ਆਪਣੇ ਵੱਲੋਂ ਮਾਰ ਕੇ ਸੁੱਟ ਆਏ ਸਨ।
ਉਸ ਨੂੰ ਵੇਖ ਕੇ ਉਹ ਦੋਵੇਂ ਕਾਤਲ ਭਰਾ ਡਰ ਗਏ, ਪਰ ਉਹਨਾਂ ਨੇ ਆਪਣਾ ਡਰ ਜ਼ਾਹਿਰ ਨਹੀਂ ਹੋਣ ਦਿੱਤਾ। ਨਿੱਕੇ ਨੂੰ ਵੇਖ ਕੇ ਉਹਨਾਂ ਦੇ ਪਿਤਾ ਨੇ ਕਿਹਾ, ਆਹ ਵੇਖ ਮੂਰਖਾ, ਤੇਰੇ ਵੱਡੇ ਭਰਾ ਪਤਾ ਨਹੀਂ ਕਿੱਥੋਂ ਕਿੱਥੋਂ ਫਿਰ ਕੇ ਮੇਰੇ ਲਈ ਅਮਰ ਜਲ ਲੱਭ ਕੇ ਲਿਆਏ ਨੇ ਤੇ ਤੂੰ ਐਵੇਂ ਘੁੰਮ ਫਿਰ ਕੇ ਖਾਲੀ ਹੱਥੀਂ ਆਣ ਮੁੜਿਆ ਏ। ਪਿਤਾ ਜੀ, ਇਹ ਅਮਰ ਜਲ ਤਾਂ ਤੁਹਾਡੇ ਲਈ ਮੈਂ ਲਿਆਇਆ ਹਾਂ। ਇਹ ਦੋਵੇਂ ਤਾਂ ਮੇਰੇ ਕੋਲੋਂ ਇਹ ਅਮਰ ਜਲ ਖੋਹ ਕੇ ਲੈ ਆਏ ਸਨ ਅਤੇ ਮੈਨੂੰ ਉੱਥੇ ਜੰਗਲ ਵਿੱਚ ਮਾਰ ਕੇ ਸੁੱਟ ਆਏ ਸੀ। ਆਹ ਵੇਖੋ ਮੇਰੇ ਗਲੇ ਤੇ ਤਾਜ਼ਾ ਜ਼ਖਮ ਪਿਤਾ ਜੀ, ਨਿੱਕੇ ਨੇ ਆਪਣਾ ਗਲ ਵਿਖਾ ਕੇ ਆਖਿਆ। ਨਿੱਕੇ ਦੇ ਜ਼ਖਮ ਵੇਖ ਕੇ ਰਾਜੇ ਨੂੰ ਯਕੀਨ ਹੋ ਗਿਆ ਕਿ ਉਹ ਸੱਚ ਆਖ ਰਿਹਾ ਹੈ। ਆਖਿਰ ਵੱਡੇ ਭਰਾਵਾਂ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ। ਜਦੋਂ ਵਿਚਕਾਰਲੇ ਭਰਾ ਨੇ ਆਪਣੀ ਵੱਡੀ ਹੋਈ ਉਂਗਲ ਵਿਖਾਈ ਤਾਂ ਨਿੱਕੇ ਭਰਾ ਨੇ ਆਪਣੇ ਕੋਲੋਂ ਉਸ ਰਾਜਕੁਮਾਰੀ ਦੀ ਦਿੱਤੀ ਹੋਈ ਜਾਦੂਈ ਮਲਮ ਲਾ ਕੇ ਮੁੜ ਸਹੀ ਸਲਾਮਤ ਕਰ ਦਿੱਤੀ। ਉਧਰ ਉਹ ਰਾਜਕੁਮਾਰੀ ਜਿਸ ਕੋਲੋਂ ਨਿੱਕਾ ਭਰਾ ਇਹ ਸਭ ਕੁਝ ਲੈ ਕੇ ਆਇਆ ਸੀ, ਉਹ ਇਸ ਰਾਜਕੁਮਾਰ ਨੂੰ ਪਸੰਦ ਕਰਨ ਲੱਗ ਪਈ ਸੀ। ਉਸਨੇ ਆਪਣੇ ਨੌਕਰ ਨੂੰ ਕਿਹਾ ਕਿ ਉਹ ਜਾਵੇ ਅਤੇ ਉਸਨੂੰ ਪਿਆਰ ਨਾਲ ਉਸ ਕੋਲ ਲੈ ਕੇ ਆਵੇ। ਇੱਧਰ ਉਸਨੇ ਬਾਕੀ ਸਾਰੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਰਾਜਕੁਮਾਰ ਦੇ ਸਵਾਗਤ ਲਈ ਅੱਧੀ ਸੜਕ ਉੱਤੇ ਦਰੀਆਂ ਵਿਛਾ ਦਿੱਤੀਆਂ ਜਾਣ। ਜਿਉਂ ਹੀ ਨਿੱਕੇ ਰਾਜਕੁਮਾਰ ਨੂੰ ਰਾਜਕੁਮਾਰੀ ਦਾ ਪਿਆਰ ਭਰਿਆ ਸੱਦਾ ਮਿਲਿਆ, ਉਹ ਰਾਜਕੁਮਾਰੀ ਕੋਲ ਪਹੁੰਚ ਗਿਆ। ਉਸਨੇ ਜਾ ਕੇ ਵੇਖਿਆ ਕਿ ਉਸ ਤੋਂ ਵੀ ਪਹਿਲਾਂ ਉਸਦਾ ਵੱਡਾ ਭਰਾ ਉੱਥੇ ਪਹੁੰਚਿਆ ਹੋਇਆ ਸੀ ਅਤੇ ਰਾਜਕੁਮਾਰੀ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਉਹੀ ਰਾਜਕੁਮਾਰ ਹੈ ਜਿਸ ਦੇ ਸਵਾਗਤ ਲਈ ਰਾਜਕੁਮਾਰੀ ਨੇ ਦਰੀਆਂ ਵਿਛਾਈਆਂ ਹਨ। ਪਰ ਰਾਜਕੁਮਾਰੀ ਉਸ ਤੇ ਯਕੀਨ ਨਹੀਂ ਸੀ ਕਰ ਰਹੀ ਅਤੇ ਕਹਿ ਰਹੀ ਸੀ ਕਿ ਇਸ ਗੱਲ ਦਾ ਕੋਈ ਸਬੂਤ ਪੇਸ਼ ਕਰੋ। ਜਦੋਂ ਉਸਨੇ ਨਿੱਕੇ ਰਾਜਕੁਮਾਰ ਨੂੰ ਵੇਖਿਆ ਤਾਂ ਉਹ ਝੱਟ ਪਹਿਚਾਨ ਗਈ। ਨਿੱਕੇ ਰਾਜਕੁਮਾਰ ਨੇ ਉਸ ਦੇ ਬਗੈਰ ਕਹੇ ਹੀ ਉਸਨੂੰ ਉਸ ਦਾ ਫਟਿਆ ਹੋਇਆ ਰੁਮਾਲ, ਉਸ ਦੀ ਟੁੱਟੀ ਹੋਈ ਮੁੰਦਰੀ ਅਤੇ ਸੂਈ ਵੀ ਵਿਖਾ ਦਿੱਤੀ। ਵੱਡੇ ਭਰਾ ਦੀ ਚਲਾਕੀ ਹੁਣ ਫਿਰ ਨਾ ਚੱਲੀ। ਨਿੱਕੇ ਰਾਜਕੁਮਾਰ ਨੇ ਉਸ ਰਾਜਕੁਮਾਰੀ ਨੂੰ ਨਾਲ ਲੈ ਕੇ ਆਪਣੇ ਪਿਤਾ ਜੀ ਨੂੰ ਮਿਲਾਇਆ ਅਤੇ ਉਸ ਬਾਰੇ ਸਾਰੀ ਜਾਣਕਾਰੀ ਦਿੱਤੀ। ਉਸ ਦੇ ਪਿਤਾ ਨੇ ਖੁਸ਼ ਹੋ ਕੇ ਬੜੀ ਧੂਮ-ਧਾਮ ਨਾਲ ਦੋਹਾਂ ਜੀਆਂ ਦਾ ਵਿਆਹ ਕਰ ਦਿੱਤਾ। ਫਿਰ ਉਹ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ। ਧੰਨਵਾਦ।